ਨੋਟੀਫਿਕੇਸ਼ਨ ਕਰਿਆ ਨਹੀਂ, ਕਿਸਾਨਾਂ ਨੂੰ ਜ਼ਮੀਨਾਂ 'ਚ ਵੜਨ ਨਹੀਂ ਦਿੰਦੇ। ਜੇ ਅਸੀਂ ਵੜਨ ਦੀ ਕੋਸ਼ਿਸ਼ ਕਰਦੀ ਹੈ ਸਾਡੇ ਤੇ FIR ਦਰਜ ਕਰਾਤੀ 3 ਕਿਸਾਨਾਂ ਤੇ। ਅਸੀਂ ਬਿਜਲੀ ਵਾਲੇ ਟਾਵਰਾਂ ਤੇ ਚੜਾਂਗੇ, ਉੱਥੇ ਹੀ ਪਹਿਲਾਂ ਬੱਚਿਆਂ ਨੂੰ ਚੜਾਵਾਂਗੇ, ਬਾਅਦ 'ਚ ਅਸੀਂ ਆਪ ਚੜਾਂਗੇ। ਅਸੀਂ ਮਰਨ ਨੂੰ ਤਿਆਰ ਬੈਠੇ। ਚਾਹੇ ਧਰਨਾ ਸੜਕ ਤੇ ਲਾਉਣਾ ਪਿਆ, ਚਾਹੇ ਕੈਪਟਨ ਸਾਹਿਬ ਦਾ ਘਰ ਘੇਰਨਾ ਪਿਆ, ਚਾਹੇ ਮਹਾਰਾਣੀ ਪ੍ਰਨੀਤ ਕੌਰ ਨੂੰ ਘੇਰਨਾ ਪਿਆ, ਚਾਹੇ ਮਦਨ ਲਾਲ ਜਲਾਲਪੁਰ ਨੂੰ ਘੇਰਨਾ ਪਿਆ, ਚਾਹੇ ਪੰਜਾਬ ਦੇ ਚੀਫ ਸੈਕਟਰੀ ਨੂੰ ਘੇਰਨਾ ਪਿਆ। ਜਿਵੇਂ ਵੀ ਤੁਸੀਂ ਰਣਨੀਤੀ ਬਣਾਓਗੇ ਤੁਹਾਡੇ ਨਾਲ ਡਟ ਕੇ ਖੜਾਂਗੇ, ਤੁਹਾਨੂੰ ਯਕੀਨ ਦਿਵਾਉਂਦੇ ਆ। ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਜਿਹੜਾ ਕਿਸਾਨ ਮਰ ਰਿਹਾ, ਜਿਹੜਾ ਕਿਸਾਨ ਆਤਮ ਹੱਤਿਆ ਕਰ ਰਿਹਾ, ਕਿ ਅਸੀਂ ਉਹਨੂੰ ਮੁਆਵਜ਼ਾ ਦੇਵਾਂਗੇ, ਉਹਦਾ ਕਰਜ਼ਾ ਮਾਫ ਕਰਾਂਗੇ। ਆ ਜਿਹੜੇ ਰੋਟੀ ਖਾ ਰਹੇ ਨੇਗੇ, ਜਿਹੜੇ ਇਸ ਜ਼ਮੀਨ ਦੇ ਉੱਤੇ ਰੋਟੀ ਕਮਾ ਕੇ ਆਪਣੇ ਬੱਚਿਆਂ ਦਾ ਪੇਟ ਭਰ ਰਹੇ ਨੇ, ਕਿ ਉਹਨਾਂ ਨੂੰ ਕਿਉਂ ਮਾਰਿਆ ਜਾ ਰਿਹਾ ਹੈਗਾ। ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਸ਼ਾਮਲਾਟਾਂ ਜ਼ਮੀਨ ਦੀ ਲੈਂਡ ਬੈਂਕ ਬਣਾਉਣ ਦੀ ਸਕੀਮ ਤੇ ਇੱਕ ਵਾਰ ਫਿਰ ਤੋਂ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਪਟਿਆਲਾ 'ਚ ਪੈਂਦੇ ਰਾਜਪੁਰਾ ਦੇ ਪਿੰਡ ਆਕੜੀ, ਸੇਰਾ ਤੇ ਸੇਰੀ ਸਣੇ ਕਈ ਪਿੰਡਾਂ ਨੇ ਕੈਪਟਨ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਅਕਵਾਇਰ ਕਰਨ ਦਾ ਵਿਰੋਧ ਕੀਤਾ ਹੈ। ਇਸ ਵਿਰੋਧ ਵਿੱਚ ਹੁਣ ਪਿੰਡਾਂ ਦੀਆਂ ਪੰਚਾਇਤਾਂ ਨਾਲ ਆਮ ਆਦਮੀ ਪਾਰਟੀ ਵੀ ਆ ਖਲੋਤੀ ਹੈ। ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਸੰਬੰਧੀ ਇੱਕ ਪੂਰੀ ਫਾਈਲ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੂੰ ਸੌਂਪਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਾ ਹੀ ਜ਼ਮੀਨ ਅਕਵਾਇਰ ਕਰਨ ਲਈ ਉਹਨਾਂ ਨੂੰ ਕੋਈ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਪਿੰਡ ਵਾਸੀਆਂ ਵੱਲੋਂ ਜ਼ਮੀਨ ਅਕਵਾਇਰ ਕਰਨ ਦੇ ਵਿਰੋਧ ਵਿੱਚ ਪਾਏ ਗਏ ਮਤੇ ਨੂੰ ਹੀ ਮੰਨਿਆ ਜਾ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਪਿੰਡਾਂ ਵਿੱਚੋਂ ਜ਼ਮੀਨ ਅਕਵਾਇਰ ਕਰਨ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਉਹ ਆਪਣੇ ਬੱਚਿਆਂ ਸਣੇ ਆਤਮਦਾਹ ਕਰ ਲੈਣਗੇ। ਦੇਖੋ ਜੀ, ਅਸੀਂ 1949-50 ਤੋਂ ਪਿੰਡ ਸੇਰੀ 'ਚ ਸ਼ਾਮਲਾੜ ਜ਼ਮੀਨ ਤੇ ਕਾਬਜ਼ ਆ। ਚਕੌਤਾ ਭਰਦੇ ਆ, ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਰਹੇ ਹਾਂ, ਉਵੇਂ ਹੀ ਆ ਰਹੇ ਹਾਂ। ਇਹ ਸਰਕਾਰ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ। ਨੋਟੀਫਿਕੇਸ਼ਨ ਕਰਿਆ ਨਹੀਂ, ਕਿਸਾਨਾਂ ਨੂੰ ਜ਼ਮੀਨਾਂ 'ਚ ਵੜਨ ਨਹੀਂ ਦਿੰਦੇ। ਜੇ ਅਸੀਂ ਵੜਨ ਦੀ ਕੋਸ਼ਿਸ਼ ਕਰਦੀ ਹੈ ਸਾਡੇ ਤੇ FIR ਦਰਜ ਕਰਾਤੀ 3 ਕਿਸਾਨਾਂ ਤੇ। ਤੇ ਉਹਦੇ ਤੋਂ ਬਾਅਦ ਸਾਨੂੰ ਦੱਸਦੇ ਨਹੀਂ ਹੈਗੇ, ਕਹਿੰਦੇ ਵੀ ਮਿੰਤੀ ਸ਼ੁਰੂ ਕਰਤੀ ਹੋਈ ਹੈ। ਜੇ ਮਿੰਤੀ ਰੋਕਣ ਜਾਂਦੇ ਆ ਤਾਂ ਪੁਲਿਸ ਵਾਲੇ ਸਾਨੂੰ ਪੈਂਦੇ ਆ। ਪੁਲਿਸ ਵਾਲੇ ਪਿੰਡ 'ਚ ਆ ਕੇ ਕਿਸਾਨਾਂ ਨੂੰ ਕਰਦੇ ਆ ਜਲੀਲ, ਖਾਸ ਕਰਕੇ ਆਕੜੀ ਪਿੰਡ ਦੇ ਸਾਡੇ ਕਿਸਾਨਾਂ ਨੂੰ ਨਿਕਲ ਨਹੀਂ ਦਿੰਦੇ ਬਾਹਰ। ਉਹ ਸਰਪੰਚ ਬੁਲਾਉਂਦਾ ਪੁਲਿਸ ਵਾਲੇ ਨੂੰ ਗੰਡਿਆ ਖੇੜੀ ਤੋਂ। ਤੇ ਇਸ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ। ਅਸੀਂ ਸਾਰੇ ਕਾਨੂੰਨੀ ਕਾਰਵਾਈ ਅਸੀਂ ਗ੍ਰਾਮ ਸਭਾ ਦਾ ਮਤਾ ਪਾਤਿਆ ਹੋਇਆ ਹੈ, ਸਾਰੇ ਦੂਜੇ ਪਿੰਡਾਂ 'ਚ ਵੀ ਪਾਤਿਆ ਹੋਇਆ ਹੈ ਵੀ ਅਸੀਂ ਜ਼ਮੀਨ ਗਵਰਨਮੈਂਟ ਨੂੰ ਨਹੀਂ ਦੇਣੀ। ਪਰ ਇਹ ਸਾਡੇ ਮਤਾਂ ਦੀ ਕੋਈ ਪਰਵਾਹ ਨਹੀਂ ਕਰਦੇ, ਨਾ ਪੰਚਾਇਤ ਦੇ ਮਤੇ ਦੀ, ਨਾ ਗ੍ਰਾਮ ਸਭਾ ਦੇ ਮਤੇ ਦੀ। ਇਹ ਕਹਿੰਦੇ ਵੀ ਇਹਦੇ ਤੋਂ ਅਸੀਂ ਪੁੱਛਣਾ ਨਹੀਂ। ਇਹ DC ਸਾਹਿਬ ਨੂੰ ਸਾਰੀਆਂ ਪਾਵਰਾਂ ਦਿੱਤੀਆਂ ਹੋਈਆਂ। DC ਸਾਹਿਬ ਸਾਰੀ ਕਾਰਵਾਈ ਕਰਵਾ ਰਹੇ ਨੇ, ਨਾਲ ਮਦਨ ਲਾਲ ਜਲਾਲਪੁਰ ਹੈ। ਸਾਨੂੰ ਇਹਨਾਂ ਨੇ ਬਹੁਤ ਦੁਖੀ ਕਰ ਰੱਖਿਆ। ਅਸੀਂ ਮਰਨ ਨੂੰ ਤਿਆਰ ਬੈਠੇ ਹਾਂ। ਅਸੀਂ ਜਾਈਏ ਤਾਂ ਜਾਈਏ ਕਿੱਥੇ? ਸਾਨੂੰ 10 ਕੁਝ ਜਿਹੜੇ ਕਿਸਾਨ ਇਹ ਬੈਠੇ ਆ। ਅਸੀਂ ਪਾਕਿਸਤਾਨ ਤੋਂ ਆ ਕੇ ਜ਼ਮੀਨ ਆਬਾਦ ਕਰੀਏ। ਸਾਡੇ ਬਜ਼ੁਰਗ ਬੈਠੇ ਨੇ ਇੱਥੇ, ਸਾਰੇ ਬਜ਼ੁਰਗ ਬੈਠੇ, ਉਹਨਾਂ ਦੀ ਇੰਟਰਵਿਊ ਲੈ ਸਕਦੇ ਆ ਤੁਸੀਂ। ਇਹ ਸਾਨੂੰ ਕਹਿੰਦੇ ਵੀ ਤੁਸੀਂ, ਤੁਹਾਡਾ ਹੱਕ ਕੋਈ ਨਹੀਂ ਹੈਗਾ, ਪੰਚਾਇਤ ਦੀ ਜ਼ਮੀਨ ਹੈ। ਜਦ ਕਿ ਪੰਚਾਇਤ ਨੇ, ਅਸੀਂ ਗ੍ਰਾਮ ਸਭਾ ਦਾ ਮਤਾ ਪਾਤਾ ਵੀ ਅਸੀਂ ਜ਼ਮੀਨ ਦੇਣੀ ਨਹੀਂ ਹੈਗੀ। ਇਹ ਫਿਰ ਵੀ ਧੱਕਾਸ਼ਾਹੀ ਕਰ ਰਹੇ ਨੇ, ਡਰਾ ਰਹੇ, ਧਮਕਾ ਰਹੇ ਨੇ। ਇਹਨਾਂ ਦੇ ਪਿੰਡਾਂ 'ਚ ਕੈਟ ਬਹੁਤ ਛੱਡੇ ਹੋਏ ਨੇ, ਜਿਹੜੇ ਕਾਂਗਰਸ ਦੇ ਟਾਈਮ ਇਨਕਾਊਂਟਰ ਕਰਦੇ ਰਹੇ ਆ, ਇੰਸਪੈਕਟਰ ਬਹੁਤ ਜ਼ਿਆਦਾ, ਉਹ ਆ ਕੇ ਸਾਨੂੰ ਦਬਾਅ 'ਚ ਪਾ ਰਹੇ ਨੇ। ਸਾਡੇ ਨੇੜੇ ਪਿੰਡਾਂ ਦੇ ਪੁਲਿਸ ਵਾਲੇ ਸਾਨੂੰ ਦੁਖੀ ਕਰਿਆ ਪਿਆ ਜੀ ਇਹਨਾਂ ਨੇ। 2009 ਦੇ ਵਿੱਚ ਜਦੋਂ ਅਸੀਂ ਇਹ ਪ੍ਰੋਟੈਸਟ ਕੀਤਾ ਸੀਗਾ, ਉਦੋਂ ਮਦਨ ਲਾਲ ਜਲਾਲਪੁਰ ਤੇ ਕੰਬੋਜ ਰਾਜਪੁਰੇ ਤੋਂ ਤੇ ਮਹਾਰਾਣੀ ਪ੍ਰਨੀਤ ਕੌਰ ਸਾਡੇ ਅੰਦੋਲਨ ਦੇ ਵਿੱਚ ਆ ਕੇ ਬੈਠੇ ਸੀ। ਅੱਜ ਇਹ ਸਾਡੇ ਖਿਲਾਫ ਜਾ ਰਹੇ ਨੇ। ਦੂਸਰੀ ਗੱਲ, ਸਾਡੇ ਕੋਲ ਕੁਝ ਵੀ ਨਹੀਂ ਹੈ ਖਾਣ ਨੂੰ। ਕਿਸਾਨਾਂ ਦੇ ਕੋਲ ਘਰ ਦਾ ਕਿੱਲਾ, ਕੋਈ ਜ਼ਮੀਨ ਨਹੀਂ ਹੈ। ਕੁਛ 5-7 ਪਰਿਵਾਰ ਹੈਗੇ ਜਿਨ੍ਹਾਂ ਕੋਲ ਹੈਗੀ ਹੈ। ਕਿਸਾਨ ਕਿੱਥੇ ਜਾਣਗੇ? ਜੇ ਇਹਨਾਂ ਨੇ ਸਾਡੀ ਜ਼ਮੀਨ ਅਕਵਾਇਰ ਕੀਤੀ, ਅਸੀਂ ਬਿਜਲੀ ਵਾਲੇ ਟਾਵਰਾਂ ਤੇ ਚੜਾਂਗੇ, ਉੱਥੇ ਹੀ ਪਹਿਲਾਂ ਬੱਚਿਆਂ ਨੂੰ ਚੜਾਵਾਂਗੇ, ਬਾਅਦ 'ਚ ਅਸੀਂ ਆਪ ਚੜਾਂਗੇ। ਅਸੀਂ ਮਰਨ ਨੂੰ ਤਿਆਰ ਬੈਠੇ ਹਾਂ। ਕੀ ਕਾਰਵਾਈ ਕੀਤੀ ਹੈ? ਕਾਰਵਾਈ ਸਰ ਅਸੀਂ ਕੀ ਕਿਹਾ, ਅਸੀਂ ਵਕੀਲ ਕੋਲ ਕੋਰਟ ਵੀ ਗਏ। ਕੋਰਟ ਕਹਿੰਦੇ ਸਾਨੂੰ ਨੋਟੀਫਿਕੇਸ਼ਨ ਦਿਖਾਓ। ਨੋਟੀਫਿਕੇਸ਼ਨ ਕਰਿਆ ਨਹੀਂ, ਧੱਕੇ ਨਾਲ ਜ਼ਮੀਨਾਂ ਦੇ ਕਬਜ਼ੇ ਨਿਸ਼ਾਨਦੇਹੀਆਂ ਕਰ ਰਹੇ ਨੇ, ਜਾ ਕੇ ਦੇਖ ਲਓ ਖੇਤਾਂ 'ਚ। ਔਰ ਸਾਨੂੰ ਪੱਠੇ ਨਹੀਂ ਬੀਜਣ ਦੇ ਰਹੇ, ਬੁਰਜੀਆਂ ਕੱਢ ਰਹੇ ਨੇ। ਗੱਲ ਸਾਡੀ ਕੋਈ ਸੁਣਦਾ ਨਹੀਂ ਹੈ। ਕਿਸਾਨ ਕੀ ਆਪਣੇ ਡੰਗਰਾਂ ਨੂੰ, ਜਾਨਵਰਾਂ ਨੂੰ ਖੋਲ ਦੇਣ? ਕਿੱਥੇ ਜਾਣ ਕਿਸਾਨ? ਕੋਈ ਇੱਕ ਕਿਸਾਨ ਇੱਕ ਇਹ ਦੇਸ਼ ਦਾ ਧੁਰਾ ਹੈ, ਲੇਕਿਨ ਇਹ ਕਿਸਾਨ ਨੂੰ ਮਾਰਨ ਤੇ ਤੁਲੀ ਹੋਈ ਹੈ ਸਾਡੇ ਪੰਜਾਬ ਦੀ ਸਰਕਾਰ, ਖਾਸ ਕਰਕੇ। ਖਾਸ ਕਰਕੇ ਘਨੌਰ ਹਲਕਾ ਇਹਨਾਂ ਨੇ ਜ਼ਿਆਦਾ ਉਰੇ ਗੰਦ ਪਾਇਆ ਹੈ। ਘਨੌਰ ਹਲਕੇ 'ਚ ਬਹੁਤ ਫੈਕਟਰੀ ਇਹਨਾਂ ਨੇ ਫੜੀ ਜਾਂਦੀਆਂ ਨੇ, ਕਰੋੜਾਂ ਰੁਪਈਆ ਖਾ ਕੇ ਵੀ ਨਹੀਂ ਰੱਜ ਰਹੇ। ਕਿਸਾਨਾਂ ਦਾ 2 ਵਜੇ ਦੀ ਰੋਟੀ ਖਾ ਰਹੇ ਨੇ। ਆਹ ਕਿਸਾਨਾਂ ਦੇ ਕੱਪੜੇ ਦੇਖੋ ਕਿੰਨਾ ਬੁਰਾ ਹਾਲ ਹੈ। ਸਾਡੇ ਪਿੱਛੇ ਜਿਹੜੇ ਪਾਕਿਸਤਾਨ ਤੋਂ ਆਏ ਹੋਏ ਨੇ। ਪਰ ਅਸੀਂ ਸਾਰੇ ਮੀਡੀਆ ਦੇ ਥਰੂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਮਰ ਜਾਣਾ ਹੈ। ਫਿਰ ਕੱਲ੍ਹ ਨੂੰ ਸਾਡੇ ਸਟੇਟਮੈਂਟ ਉਰੇ ਲੋਕਾਂ ਦੇ ਹੋ ਨਾ ਕਰਦੇ ਫਿਰੋ। ਅਸੀਂ ਇਸ ਤਰ੍ਹਾਂ ਜ਼ਮੀਨ ਨਹੀਂ ਛੱਡਣੀ। ਜੇ ਕਿਤੇ ਕਿਸੇ ਭੁਲੇਖੇ 'ਚ ਫਿਰਨ ਵੀ ਸਾਡੀ FIR ਕਰਾਈ ਹੈ ਸਾਡੇ ਤੇ, ਅਸੀਂ ਇਹ FIR ਤੋਂ ਨਹੀਂ ਡਰਦੇ। ਚਾਹੇ ਸਾਡੇ ਤੇ 100 FIR ਹੋ ਜਾਣ, ਅਸੀਂ ਜ਼ਮੀਨ ਨਹੀਂ ਛੱਡਣੀ। ਇਹ ਜਿਹੜੇ ਫਿਰਦੇ ਆ ਨਾ ਉਰੇ, ਜ਼ਮੀਨਾਂ ਸਾਡੀਆਂ ਕਰੋੜਾਂ ਦੀਆਂ ਜ਼ਮੀਨਾਂ ਹੋ ਜਾਣਗੀਆਂ। ਸਾਡੇ ਪਿੰਡ ਨਲਾਸ ਕੋਟਲ ਹੈ,
ਇਹ ਸੀਲ ਕੈਮੀਕਲ ਹੈ, ਇੱਥੇ 500 ਏਕੜ ਪਈ ਹੈ, 600 ਬੇਲੀ ਜਿਹੜੀ ਇਹਨਾਂ ਨੇ ਐਕਵਾਇਰ ਕਰੀ ਹੋਈ ਹੈ ਕਾਂਗਰਸ ਨੇ, ਉੱਥੇ ਤਾਂ ਕੁਝ ਲੱਗਿਆ ਨਹੀਂ ਹੈਗਾ। ਇੱਥੇ ਜਿਹੜੇ ਇਹ ਕਹਿ ਰਹੇ ਨੇ ਨਾਲ ਇਹਨਾਂ ਦੀਆਂ ਮਾਲਕੀ ਜ਼ਮੀਨਾਂ ਇਹਨਾਂ ਦੇ ਨਾਲ ਫਿਰਦੇ ਆ ਬੰਦੇ ਸਾਡੇ ਤੋਂ, ਅਸੀਂ ਇਹ ਸਾਨੂੰ ਅੱਤਵਾਦੀ ਬਣਾਉਣਾ ਚਾਹੁੰਦੇ ਨੇ ਦੁਬਾਰੇ। ਪਰ ਅਸੀਂ ਕਹਿੰਦੇ ਆ ਵੀ ਜੇ ਪਿਆਰ ਨਾਲ ਗੱਲ ਬਣ ਜੇ ਠੀਕ ਹੈ, ਪਰ ਇਹ ਸਮਝੇ ਨਹੀਂ ਰਹੇ ਕੋਈ ਗੱਲ ਪ੍ਰਸ਼ਾਸਨ। ਅੱਜ ਹਰਪਾਲ ਚੀਮਾ ਜੀ ਆਏ ਆ, ਉਹਨਾਂ ਤੋਂ ਕੀ ਤੁਸੀਂ ਉਮੀਦ ਰੱਖਦੇ? ਅਸੀਂ ਇਹਨਾਂ ਤੋਂ ਇਹ ਉਮੀਦ ਰੱਖਦੇ ਹਾਂ, ਦੇਖੋ ਇਹ ਇਮਾਨਦਾਰ ਹੈ, ਸਾਰੇ ਕਿਤੇ ਇਹ ਲੋਕਾਂ ਦੇ ਸਾਥ ਦੇ ਰਹੇ ਨੇ, ਇਹਨਾਂ ਤੋਂ ਇਲਾਵਾ ਹੁਣ ਸਾਡਾ ਕੋਈ ਸਹਾਰਾ ਨਹੀਂ। ਅਸੀਂ ਤਾਂ ਬੁਲਾਇਆ ਇਹਨਾਂ ਨੂੰ ਵੀ ਤੁਸੀਂ ਆ ਕੇ ਸਾਡੀਆਂ ਮੁਸ਼ਕਲਾਂ ਸੁਣੋ, ਸਾਡੇ ਕਾਗਜ਼ ਦੇਖੋ। ਸਾਡਾ ਇੱਥੇ ਸਾਡੀ ਪ੍ਰੋਬਲਮ ਸੁਣੀ ਸਰਦਾਰ ਸਿਮਰਜੀਤ ਸਿੰਘ ਬੈਂਸ ਤੇ ਸਰਦਾਰ ਹਰਪਾਲ ਸਿੰਘ ਚੀਮਾ ਲੀਡਰ ਆਫ ਆਪੋਜੀਸ਼ਨ ਨੇ। ਆ ਨੈਕਸਟ ਟਾਈਮ ਇੱਥੇ ਅਕਾਲੀ ਕਾਂਗਰਸ ਵੜ ਨਹੀਂ ਸਕਦੇ, ਇਹ ਅਸੀਂ ਇਹਨਾਂ ਨੇ ਚੈਲੰਜ ਸਾਨੂੰ ਕਰ ਰਹੇ ਦੁਖੀ ਕਰਿਆ ਵਾ, ਨਾ ਕਦੀ ਕੋਈ ਅਕਾਲੀ ਵਾਲੇ ਨੇ ਆ ਕੇ ਸਾਡੀ ਕੋਈ ਗੱਲ ਸੁਣੀ ਹੈ। ਸਾਡੇ ਕਿਸਾਨਾਂ ਨੂੰ ਕੰਧਾਂ ਦੇ ਫੜੇ ਧੱਕੇ ਮਾਰ ਕੇ ਉੱਪਰ ਫੜਦੇ ਆ ਇੱਕ ਦਿਨ। ਉਧਰ ਇਸ ਦੌਰਾਨ ਹਰਪਾਲ ਚੀਮਾ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਾਰੇ ਇਸ ਮਸਲੇ ਤੇ ਸਰਕਾਰ ਦਾ ਡਟ ਕੇ ਵਿਰੋਧ ਕਰਨਗੇ ਅਤੇ ਕਿਤੇ ਵੀ ਧਰਨਾ ਪ੍ਰਦਰਸ਼ਨ ਕਰਨ ਲਈ ਤਿਆਰ ਨੇ। ਉਹਨਾਂ ਮੰਗ ਕੀਤੀ ਕਿ ਪਿੰਡਾਂ ਦੀ ਜ਼ਮੀਨ ਨਵੀਂ ਰੋਕਣ ਦੀ ਬਜਾਏ ਸਰਕਾਰ ਪਹਿਲਾਂ ਤੋਂ ਹੀ ਬੰਦ ਪਈਆਂ ਇੰਡਸਟਰੀ ਯੂਨਿਟਾਂ ਨੂੰ ਚਾਲੂ ਕਰੇ ਅਤੇ ਪੰਜਾਬ ਵਿੱਚੋਂ ਬਾਹਰ ਜਾ ਰਹੇ ਉਦਯੋਗ ਨੂੰ ਰੋਕਣ ਦਾ ਯਤਨ ਵੀ ਕਰੇ। ਸਾਡੇ 4 ਪਿੰਡ ਸੇਰਾ ਸੇਰੀ, ਆਕੜੀ ਤੇ ਹੋਰ ਪਿੰਡ ਜਿਹੜੇ ਹੈਗੇ ਨੇ, ਉਹਨਾਂ ਦੀ ਜ਼ਮੀਨ ਐਕਵਾਇਰ ਕਰਨ ਦਾ, ਉਹਨਾਂ ਦੀ ਜ਼ਮੀਨ ਲੈਣ ਦਾ ਜਿਹੜਾ ਪ੍ਰੋਸੈਸ ਪੰਜਾਬ ਸਰਕਾਰ ਨੇ ਸ਼ੁਰੂ ਕੀਤਾਗਾ, ਇਹ ਬਹੁਤ ਮਾੜੀ ਗੱਲ ਆ। ਕਿ ਮੈਂ ਤਾਂ ਕਹਿਣਾਗਾ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਪੰਜਾਬ ਸਰਕਾਰ ਦਾ ਇੰਡਸਟਰੀਅਲ ਡਿਪਾਰਟਮੈਂਟ ਹੈਗਾ, ਉਹਨੇ ਬਹੁਤ ਜਗ੍ਹਾ ਤੇ ਜ਼ਮੀਨ ਐਕਵਾਇਰ ਕੀਤੀ ਆ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ। ਉਹ ਜ਼ਮੀਨ ਤੇ ਅੱਜ ਤੱਕ ਕੋਈ ਇੰਡਸਟਰੀ ਨਹੀਂ ਲੱਗੀ ਹੈਗੀ, ਔਰ ਉਹ ਜ਼ਮੀਨ ਜਿਹੜੀ ਆ, ਚਾਹੇ ਉਹ ਮੋਹਾਲੀ ਦੀ ਆ, ਚਾਹੇ ਉਹ ਗੁਰਦਾਸਪੁਰ ਦੀ ਆ, ਚਾਹੇ ਪਠਾਨਕੋਟ ਦੀ ਆ, ਚਾਹੇ ਬਠਿੰਡੇ ਦੀ ਆ, ਚਾਹੇ ਫਿਰੋਜ਼ਪੁਰ ਦੀ ਆ, ਉਹ ਆਪਣੇ ਚਹੇਤਿਆਂ ਨੂੰ ਸਸਤੇ ਭਾਅ ਲੈ ਕੇ ਸਰਕਾਰ ਦੇ ਦਿੰਦੀ ਆ ਔਰ ਕਿਸਾਨਾਂ ਦਾ ਜਿਹੜਾ ਹੈਗਾ ਹੱਕ ਆ ਉਹ ਮਾਰ ਲੈਂਦੀ ਆ। ਕਿਉਂਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਜਦੋਂ ਇਹ ਜ਼ਮੀਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਕਵਾਇਰ ਕੀਤੀ ਸੀ, ਇਨਫੋਟੈਕ ਨੂੰ ਲੈ ਕੇ ਦੇਣ ਦੀ ਗੱਲ ਕੀਤੀ ਸੀ, ਉਸ ਸਮੇਂ ਜਿਹੜਾ ਹੈਗਾ ਇੱਥੇ ਇਸੇ ਜਗ੍ਹਾ ਦੇ ਉੱਤੇ ਮਹਾਰਾਣੀ ਪ੍ਰਨੀਤ ਕੌਰ, ਤੁਹਾਡੇ ਜਿਹੜੇ ਐਮਐਲਏ ਨੇ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਇੱਥੇ ਆ ਕੇ ਤੁਹਾਡੇ ਪ੍ਰੋਟੈਸਟ ਸ਼ਾਮਲ ਹੋਏ ਸੀ, ਤੁਹਾਡੇ ਧਰਨੇ ਸ਼ਾਮਲ ਹੋਏ ਸੀ ਔਰ ਤੁਹਾਨੂੰ ਯਕੀਨ ਦਿਵਾਇਆ ਸੀ ਕਿ ਜ਼ਮੀਨ ਐਕਵਾਇਰ ਨਹੀਂ ਕਰਨ ਦੇਵਾਂਗੇ। ਪਰ ਲੇਕਿਨ ਇਹ ਵੀ ਹੁਣ ਉਸੇ ਰਾਹ ਦੇ ਤੁਰ ਪਏ। ਇਹ ਵੀ ਕਿਸਾਨ ਵਿਰੋਧੀ ਜਿਹੜੀ ਨੀਤੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇਗੀਆਂ। ਤੁਸੀਂ ਦੱਸੋ ਕਿ ਜਿਹੜੀ ਇੰਡਸਟਰੀ ਬੰਦ ਹੋਈ ਪਈ ਆ, ਜਿਹੜੇ ਸਿੱਖ ਯੂਨਿਟ ਨੇ, ਚਾਹੇ ਉਹ ਜੀਰਕਪੁਰ ਦੇ ਨੇ, ਚਾਹੇ ਉਹ ਡੇਰਾ ਬਸੀ ਦੇ ਨੇ, ਚਾਹੇ ਉਹ ਮੋਹਾਲੀ ਦੇ ਨੇਗੇ, ਸਰਕਾਰ ਉਹਨਾਂ ਨੂੰ ਕਿਉਂ ਨਹੀਂ ਸਟਾਰਟ ਕਰਦੀ? ਸਰਕਾਰ ਉਹਨਾਂ ਯੂਨਿਟਾਂ ਨੂੰ ਸਟਾਰਟ ਕਰੇ ਸਭ ਤੋਂ ਪਹਿਲਾਂ ਜਿਹੜੇ ਬੰਦ ਪਏ ਨੇਗੇ। ਇਹ ਜ਼ਮੀਨ ਐਕਵਾਇਰ ਕਰਕੇ ਮੈਂ ਸਮਝਦਾ ਲੱਖਾਂ ਲੋਕਾਂ ਤੇ, ਖਾਸ ਕਰਕੇ ਆ ਜਿਹੜੇ ਇਲਾਕੇ ਦੀ ਜਿਹੜੀ ਆ ਐਗਰੀਕਲਚਰ ਲੈਂਡ ਆ, ਇਹ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ। ਸਾਡੀ ਸਮੁੱਚੀ ਟੀਮ, ਮੈਂ ਤੁਹਾਡੇ 'ਚ ਹਾਜ਼ਰਾਂਗਾ, ਪੂਰੇ ਤੁਹਾਨੂੰ ਯਕੀਨ ਦਿਵਾਉਣ ਆਇਆ ਕਿ ਤੁਹਾਡੀ ਲੜਾਈ ਅਸੀਂ ਲੜਾਂਗੇ। ਮੇਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇਗੇ, ਉਹਨਾਂ ਨਾਲ ਗੱਲ ਹੋਈ ਸੀ, ਅੱਜ ਉਹਨਾਂ ਨੇ ਮੈਨੂੰ ਭੇਜਿਆ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਆਉਣਗੇ, ਆ ਕੇ ਇਸ ਮਾਮਲੇ 'ਚ ਜਿੱਥੇ ਤੁਸੀਂ ਕਹੋਗੇ, ਚਾਹੇ ਧਰਨਾ ਸੜਕ ਤੇ ਲਾਉਣਾ ਪਿਆ, ਚਾਹੇ ਕੈਪਟਨ ਸਾਹਿਬ ਦਾ ਘਰ ਘੇਰਨਾ ਪਿਆ, ਚਾਹੇ ਮਹਾਰਾਣੀ ਪ੍ਰਨੀਤ ਕੌਰ ਨੂੰ ਘੇਰਨਾ ਪਿਆ, ਚਾਹੇ ਮਦਨ ਲਾਲ ਜਲਾਲਪੁਰ ਨੂੰ ਘੇਰਨਾ ਪਿਆ, ਚਾਹੇ ਪੰਜਾਬ ਦੇ ਚੀਫ ਸੈਕਟਰੀ ਨੂੰ ਘੇਰਨਾ ਪਿਆ, ਜਿਵੇਂ ਵੀ ਤੁਸੀਂ ਰਣਨੀਤੀ ਬਣਾਓਗੇ ਤੁਹਾਡਾ ਡਟ ਕੇ ਖੜਾਂਗੇ। ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਤੁਹਾਡੀ ਜ਼ਮੀਨ ਬਿਲਕੁਲ ਐਕਵਾਇਰ ਨਹੀਂ ਹੋਣ ਦੇਵਾਂਗੇ, ਤੁਹਾਡੀ ਜ਼ਮੀਨ ਤੁਹਾਡੇ ਕੋਲੇ ਰਹੂਗੀ। ਕਿਉਂਕਿ ਜੇਕਰ ਇੰਡਸਟਰੀ ਦੀ ਗੱਲ ਕਰਦੇ ਨੇ ਕੈਪਟਨ ਸਾਹਿਬ, ਅਸੀਂ ਇੰਡਸਟਰੀ ਦੇ ਵਿਰੋਧ ਨਹੀਂ ਹੈਗੇ, ਨਾ ਤੁਸੀਂ ਵਿਰੋਧੀ ਹੋ ਨਾ ਅਸੀਂ ਵਿਰੋਧੀ ਆ, ਆਪਾਂ ਇੰਡਸਟਰੀ ਦੇ ਹੱਕ 'ਚ ਆ। ਪਰ ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਪਹਿਲਾਂ ਜ਼ਮੀਨ ਐਕਵਾਇਰ ਕੀਤੀ ਹੋਈ ਆ ਉਹ ਕਿੱਥੇ ਗਈ? ਉਹਦੇ ਤੇ ਕਿਉਂ ਨਹੀਂ ਇੰਡਸਟਰੀ ਲੱਗ ਰਹੀ? ਹੈਰਾਨ ਕਰਨ ਵਾਲੇ ਅੰਕੜੇ ਨੇ ਕਿ ਪੰਜਾਬ ਵਿੱਚੋਂ ਲਗਭਗ 64,000 ਦੇ ਕਰੀਬ, ਪੰਜਾਬ ਵਿੱਚੋਂ 64,000 ਦੇ ਕਰੀਬ ਇੰਡਸਟਰੀਅਲ ਪਰਿਵਾਰ ਨੇ ਜਿਹੜੇ ਵਪਾਰੀ ਨੇ, ਉਹ ਪੰਜਾਬ ਨੂੰ ਛੱਡ ਕੇ ਜਾ ਚੁੱਕੇ ਨੇਗੇ। ਇਸ ਸਮੇਂ ਪੰਜਾਬ 'ਚ ਕੋਈ ਇੰਡਸਟਰੀ ਕੰਮ ਨਹੀਂ ਕਰਦੀ। ਔਰ ਦੂਜੀ ਮੈਂ ਤੁਹਾਨੂੰ ਗੱਲ ਦੱਸਾਂ ਕਿ ਜਿਹੜੇ ਲਾਕਡਾਊਨ ਦੌਰਾਨ, ਕਰਫਿਊ ਦੌਰਾਨ ਜਿਹੜੇ ਪੰਜਾਬ ਵਿੱਚੋਂ ਪ੍ਰਵਾਸੀ ਮਜ਼ਦੂਰ ਜਿਹੜੇ ਕਿਤੇ ਇੰਡਸਟਰੀ 'ਚ ਕੰਮ ਕਰਦੇ ਸੀਗੇ, ਉਹ ਵੱਡੀ ਪੱਧਰ ਤੇ ਜਾ ਚੁੱਕੇ ਨੇ। ਔਰ ਜਿਹੜੀ ਰਹਿੰਦੀ ਖੂੰਹਦੀ ਇੰਡਸਟਰੀ ਆ, ਇਹ ਵੀ ਬੰਦ ਹੋਣ ਦੇ ਕਿਨਾਰੇ ਆ। ਇਹ ਕੈਪਟਨ ਸਾਹਿਬ ਦੀ ਪਾਲਿਸੀ ਆ। ਪਰ ਲੇਕਿਨ ਇਹ ਕੀ ਦੇਖਦੇ ਨੇ ਕਿ ਜ਼ਮੀਨਾਂ ਦੇਖਦੇ ਨੇ, ਕਿੱਥੇ ਜ਼ਮੀਨਾਂ ਚੱਕੀਆਂ ਨੇਗੀਆਂ, ਉਹਨਾਂ ਜ਼ਮੀਨਾਂ ਨੂੰ ਐਕਵਾਇਰ ਕਰ ਲੈਂਦੇ ਨੇਗੇ। ਸਰਕਾਰੀ ਜ਼ਮੀਨਾਂ ਐਕਵਾਇਰ ਕਰਕੇ ਉੱਥੇ ਹੁੰਦਾ ਕੁਝ ਨਹੀਂ। 1.5 ਸਾਲ ਦੇ ਵਿੱਚ ਤੁਸੀਂ ਮੈਨੂੰ ਦੱਸੋ ਕਿਹੜੀ ਇੰਡਸਟਰੀ ਲਾ ਦੇਣਗੇ ਕੈਪਟਨ ਸਾਹਿਬ? 1.5 ਸਾਲ ਦੇ ਵਿੱਚ ਤਾਂ ਪ੍ਰੋਸੈਸ ਹੀ ਪੂਰਾ ਨਹੀਂ ਹੋਣਾ ਹੈਗਾ। ਸੋ ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਜਿਹੜੇ ਹੈਗੇ ਨੇਗੇ ਉਹ ਪੰਜਾਬ ਦੇ ਕਿਸਾਨਾਂ ਦੇ ਵਿਰੋਧ 'ਚ ਨੇਗੇ। ਹਰਪਾਲ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਮਾਮਲੇ ਤੇ ਦੋਹਰੀ ਨੀਤੀ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਵੇਲੇ ਇਹ ਜ਼ਮੀਨ ਰੋਕਣ ਦੀ ਗੱਲ ਚੱਲੀ ਸੀ ਤਾਂ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਹੁਣ ਖੁਦ ਕਾਂਗਰਸ ਇਸ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਤੇ ਭਗਵੰਤ ਮਾਨ ਨੂੰ ਜਾਣੂ ਕਰਵਾ ਦਿੱਤਾ ਗਿਆ ਅਤੇ ਆਉਂਦੇ ਦਿਨਾਂ 'ਚ ਭਗਵੰਤ ਮਾਨ ਇਹਨਾਂ ਪਿੰਡਾਂ ਨਾਲ ਮਿਲ ਕੇ ਕੋਈ ਵੱਡਾ ਪ੍ਰੋਗਰਾਮ ਲਿਖਣਗੇ।
ਪਹਿਲਾਂ ਆਪ ਇਹਨਾਂ ਦਾ ਜਿਹੜਾ ਦੋਹਰਾ ਚਿਹਰਾ ਨੰਗਾ ਹੋ ਗਿਆ, ਪਹਿਲਾਂ ਆਪ ਹੀ ਇੱਥੇ ਆ ਕੇ ਧਰਨੇ ਤੇ ਬੈਠੇ, ਹੁਣ ਆਪ ਹੀ ਜ਼ਮੀਨ ਅਕਵਾਇਰ ਕਰ ਰਹੇ ਨੇਗੇ। ਇਹਦਾ ਮਤਲਬ ਕੀ ਹੈ? ਕਿਸਾਨ ਵਿਰੋਧੀ ਨੇ। ਜਿਵੇਂ ਤੁਸੀਂ ਕਹੋਗੇ, ਕਮੇਟੀ ਤੁਹਾਡੀ ਬੈਠੀ ਹੈ, ਮੈਨੂੰ ਲਗਾਤਾਰ ਅਪਰੋਚ ਕਰ ਰਹੇ ਸੀਗੇ, ਫੋਨ ਕਰ ਰਹੇ ਸੀਗੇ। ਸਾਡਾ ਫਰਜ਼ ਬਣਦਾ, ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਵਿਰੋਧੀ ਧਿਰ ਦੇ ਵਿੱਚ ਬਿਠਾਇਆ ਗਿਆ। ਆਮ ਆਦਮੀ ਪਾਰਟੀ ਦੀ ਡਿਊਟੀ ਲਾਈ ਆ ਵੀ ਜਿੱਥੇ ਲੋਕਾਂ ਨਾਲ ਧੱਕਾ ਹੁੰਦਾ, ਜਿੱਥੇ ਬੇਇਨਸਾਫੀ ਹੁੰਦੀ ਆ, ਜਿੱਥੇ ਕਿਸੇ ਦੇ ਹੱਕ ਮਾਰੇ ਜਾਂਦੇ ਨੇ, ਅਸੀਂ ਉੱਥੇ ਬਿਲਕੁਲ ਡਟ ਕੇ ਖੜੇ ਆ। ਔਰ ਤੁਹਾਡੇ ਨਾਲ ਵੀ ਇਹ ਯਕੀਨ ਦਿਵਾਉਣਾ ਹੈ, ਤੁਹਾਡੇ ਨਾਲ ਖੜੇ ਆ। ਜਿਵੇਂ ਵੀ ਤੁਸੀਂ ਪ੍ਰੋਗਰਾਮ ਲਿਖੋਗੇ ਉਸੇ ਤਰ੍ਹਾਂ ਸਾਥ ਦੇਵਾਂਗੇ। ਸਮੁੱਚੀ ਸਾਡੀ ਟੀਮ, ਸਾਡੇ ਇੱਥੇ ਦੇ ਹਲਕਾ ਇੰਚਾਰਜ, ਜ਼ਿਲ੍ਹਾ ਪ੍ਰਧਾਨ ਬਰਸਟ ਸਾਹਿਬ, ਮੈਡਮ ਨੀਨਾ ਮਿੱਤਲ ਜੀ, ਸਾਰੇ ਇੱਥੇ ਜਿੰਨੇ ਹੈਗੇ ਸਾਡੇ ਵਿਅਕਤੀ ਆਏ ਨੇ ਕਿ ਸਾਡੇ ਨਾਲ। ਔਰ ਤੁਹਾਨੂੰ ਯਕੀਨ ਇੱਕ ਵਾਰ ਫੇਰ ਦਿਵਾਉਂਦੇ ਆ ਕਿ ਤੁਹਾਡੇ ਨਾਲ ਖੜੇ ਆ। ਪੂਰੀ ਪ੍ਰੈਸ ਦੇ ਜ਼ਰੀਏ, ਮੀਡੀਆ ਦੇ ਜ਼ਰੀਏ, ਪ੍ਰੈਸ ਦੇ ਜ਼ਰੀਏ, ਤੁਹਾਡੇ ਸਹਿਯੋਗ ਦੇ ਨਾਲ ਇਹ ਜਿਹੜਾ ਸਰਕਾਰ ਦਾ ਕਿਸਾਨ ਵਿਰੋਧੀ ਕੰਮ ਆ, ਇਹਨੂੰ ਆਪਾਂ ਨੇਪਰੇ ਨੂੰ ਚੜਨ ਦੇਵਾਂਗੇ। ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰ ਦਾਂਗਾ, ਸਾਰੀਆਂ ਕਿਸਾਨ ਜਥੇਬੰਦੀਆਂ ਨੂੰ, ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਸੰਘਰਸ਼ ਦਾ ਹਿੱਸਾ ਬਣ ਕੇ ਔਰ ਪੰਜਾਬ ਦੇ ਕਿਸਾਨ ਨੂੰ ਬਚਾਈਏ। ਕਿਉਂਕਿ ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਜਿਹੜਾ ਕਿਸਾਨ ਮਰ ਰਿਹਾ, ਜਿਹੜਾ ਕਿਸਾਨ ਆਤਮ ਹੱਤਿਆ ਕਰ ਰਿਹਾ, ਕਿ ਅਸੀਂ ਉਹਨੂੰ ਮੁਆਵਜ਼ਾ ਦੇਵਾਂਗੇ, ਉਹਦਾ ਕਰਜ਼ਾ ਮਾਫ ਕਰਾਂਗੇ। ਆਹ ਜਿਹੜੇ ਰੋਟੀ ਖਾ ਰਹੇ ਨੇਗੇ, ਜਿਹੜੇ ਇਸ ਜ਼ਮੀਨ ਦੇ ਉੱਤੇ ਰੋਟੀ ਕਮਾ ਕੇ ਆਪਣੇ ਬੱਚਿਆਂ ਦਾ ਪੇਟ ਭਰ ਰਹੇ ਨੇ, ਕਿ ਉਹਨਾਂ ਨੂੰ ਕਿਉਂ ਮਾਰਿਆ ਜਾ ਰਿਹਾ ਹੈਗਾ? ਸੋ ਮੈਂ ਸਮਝਦਾ ਜਿਹੜੀ ਹੋਰ ਜ਼ਮੀਨ ਆ, ਜਿਹੜੀ ਬੰਜਰ ਜ਼ਮੀਨ ਆ, ਜਿਹੜੀ ਜ਼ਮੀਨ ਦੇ ਉੱਤੇ ਪਹਿਲਾਂ ਅਕਵਾਇਰ ਕੀਤੀ ਹੋਈ ਆ, ਚਾਹੇ ਕਿਸੇ ਹੋਰ ਜ਼ਿਲ੍ਹੇ 'ਚ, ਪਹਿਲਾਂ ਇੰਡਸਟਰੀ ਉੱਥੇ ਲਾਈ ਜਾਵੇ। ਪਹਿਲਾਂ ਜਿਹੜੀ ਇੰਡਸਟਰੀ ਪੰਜਾਬ 'ਚੋਂ ਭੱਜ ਗਈ, ਪੰਜਾਬ ਨੂੰ ਛੱਡ ਕੇ ਚਲੀ ਗਈ, ਇਹਨਾਂ ਦੇ ਗਲਤ ਨੀਤੀਆਂ ਕਰਕੇ, ਪਹਿਲਾਂ ਬਾਦਲ ਪਰਿਵਾਰ ਦੀਆਂ ਗਲਤ ਨੀਤੀਆਂ ਕਰਕੇ, ਹੁਣ ਕੈਪਟਨ ਪਰਿਵਾਰ ਦੀਆਂ ਗਲਤ ਨੀਤੀਆਂ ਕਰਕੇ। ਸੋ ਪਹਿਲਾਂ ਉਸ ਇੰਡਸਟਰੀ ਨੂੰ ਵਾਪਸ ਬੁਲਾਇਆ ਜਾਵੇ, ਫਿਰ ਉਸ ਤੋਂ ਬਾਅਦ ਕਿਸਾਨ ਨਾਲ ਗੱਲ ਕੀਤੀ ਜਾਵੇ। ਸੋ ਇਹ ਬਹੁਤ ਵੱਡਾ ਮਾਮਲਾ ਹੈ। ਅਸੀਂ ਬਿਲਕੁਲ ਤੁਹਾਡੇ ਨਾਲ ਆ, ਜਿਵੇਂ ਵੀ ਕਹੋਗੇ, ਜਿਸ ਤਰ੍ਹਾਂ ਕਹੋਗੇ, ਦਿਨ ਰਾਤ ਅਸੀਂ ਤੁਹਾਡੀ ਮਦਦ ਤੇ ਆ। ਅੱਜ ਮੇਰੀ ਅੱਜ ਹੀ ਗੱਲ ਹੋਈ ਆ ਮਾਨ ਸਾਹਿਬ ਨਾਲ। ਸਰਦਾਰ ਭਗਵੰਤ ਸਿੰਘ ਮਾਨ ਬੜੀ ਜਲਦੀ ਤੁਹਾਡੇ ਪਿੰਡਾਂ ਦੇ ਵਿੱਚ ਆਉਣਗੇ, ਆ ਕੇ ਜਿਹੜਾ ਹੈਗਾ ਸਰਕਾਰ ਦਾ ਹੱਲ ਲੈਵਲ ਤੇ ਵਿਰੋਧ ਕਰਾਂਗੇ। ਦੱਸ ਦਈਏ ਕਿ ਲੈਂਡ ਬੈਂਕ ਸਕੀਮ ਮੁਤਾਬਕ ਪਿੰਡਾਂ ਵਿਚਲੀ ਸ਼ਾਮਲਾਟ ਜ਼ਮੀਨ ਅਕਵਾਇਰ ਕਰਕੇ ਨਿੱਜੀ ਸਨਅਤਕਾਰਾਂ ਨੂੰ ਪਲਾਟਾਂ ਦੇ ਰੂਪ ਵਿੱਚ ਦਿੱਤੀ ਜਾਣੀ ਹੈ, ਜਦਕਿ ਪਿੰਡਾਂ ਦੇ ਛੋਟੇ ਕਿਸਾਨਾਂ ਅਤੇ ਦਲਿਤਾਂ ਦਾ ਮੰਨਣਾ ਹੈ ਕਿ ਇਸ ਨਾਲ ਉਹਨਾਂ ਦਾ ਰੁਜ਼ਗਾਰ ਜਾਂਦਾ ਰਹੇਗਾ। ਉਹਨਾਂ ਦਾ ਸਿੱਧਾ ਦੋਸ਼ ਹੈ ਕਿ ਸਰਕਾਰ ਉਹਨਾਂ ਦਾ ਹੱਕ ਮਾਰਨ ਵਿੱਚ ਲੱਗੀ ਹੈ। ਦੂਜੇ ਪਾਸੇ ਮਾਹਿਰ ਵੀ ਇਹੀ ਮੰਨਦੇ ਨੇ ਕਿ ਇਸ ਸਕੀਮ ਤਹਿਤ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਤੇ ਕੁਝ ਕੁ ਵੱਡੇ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ। ਫਿਲਹਾਲ ਇਸ ਮਾਮਲੇ ਤੇ ਸਰਕਾਰ ਵੱਲੋਂ ਨਿਰੰਤਰ ਕੰਮ ਜਾਰੀ ਹੈ ਅਤੇ ਪਿੰਡਾਂ ਦੀਆਂ ਜ਼ਮੀਨਾਂ ਤੇ ਨਿਸ਼ਾਨਦੇਹੀ ਵੀ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।